ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਇੱਕ ਹੋਰ ਮੌਤ ਅੱਜ ਅੰਮ੍ਰਿਤਸਰ ਵਿਖੇ ਹੋਈ ਹੈ। ਦਰਅਸਲ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਹਨੂੰ ਕਿ ਅੰਮ੍ਰਿਤਸਰ ਦੇ ਵਿੱਚ ਦਾਖਲ ਕੀਤਾ ਗਿਆ ਸੀ ਤੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਮੌਤ ਹੋ ਗਈ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈ ਕਿਤੇ ਨਾ ਕਿਤੇ ਇੱਕ ਜਿਹੜਾ ਡਰ ਹੋਰ ਪੈਦਾ ਹੋ ਗਿਆ ਕਿ ਆਖਿਰਕਾਰ ਕਦੋਂ ਮੌਤ ਦਾ ਸਿਲਸਿਲਾ ਘਟੇਗਾ। ਉਹਨੂੰ ਲੈ ਕੇ ਅੱਜ ਇੱਕ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਵੱਲੋਂ ਡਾਕਟਰ ਸਾਹਿਬਾਨ ਦੇ ਨਾਲ ਇੱਕ ਹਾਈ ਪਾਵਰਡ ਮੀਟਿੰਗ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ, ਜਿੱਥੇ ਕਿ ਕਈ ਤਰ੍ਹਾਂ ਦੀਆਂ ਗੱਲਾਂ ਵਿਚਾਰੀਆਂ ਜਾ ਰਹੀਆਂ ਨੇ ਕਿ ਆਖਿਰਕਾਰ ਹੈਲਥ ਸਰਵਿਸਿਜ਼ ਨੂੰ ਹੋਰ ਕਿਸ ਤਰ੍ਹਾਂ ਵਧੀਆ ਕੀਤਾ ਜਾ ਸਕਦਾ। ਅਤੇ ਉਹਨੂੰ ਲੈ ਕੇ ਜਿਹੜਾ ਅੱਜ ਇੱਥੇ ਸਿਵਲ ਸਰਜਨ ਅਤੇ ਹੋਰ ਵੀ ਜਿਹੜੇ ਡਾਕਟਰ ਸਾਹਿਬਾਨ ਨੇ ਜਿਹੜੇ ਕਿ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਸਕਰੀਨਿੰਗ ਕਰਨ ਦਾ ਕੰਮ ਕਰ ਰਹੇ ਨੇ ਅਤੇ ਹੋਰ ਜਿਹੜੀ ਆਪਣੀ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਲੈ ਕੇ ਅੱਜ ਇੱਕ ਮੀਟਿੰਗ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਨੇ ਕਿ ਇੱਥੇ ਗੁਰਜੀਤ ਸਿੰਘ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਅੱਜ ਇੱਕ ਮੀਟਿੰਗ ਉਡੀਕੀ ਗਈ ਹੈ ਅਤੇ ਉਹਨਾਂ ਤੱਥ ਵਿਚਾਰੇ ਜਾ ਰਹੇ ਨੇ ਕਿ ਕਿਹਨਾਂ ਦੇ ਨਾਲ ਜਿਹੜਾ ਹੈ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਅਤੇ ਡਾਕਟਰਸ ਦਾ ਕੀ ਰੋਲ ਹੋਏਗਾ, ਉਹਦੇ 'ਤੇ ਅੱਜ ਵਿਚਾਰ ਵਟਾਂਦਰਾ ਇੱਥੇ ਕੀਤਾ ਜਾ ਰਿਹਾ ਹੈ। ਅਤੇ ਕਿਤੇ ਨਾ ਕਿਤੇ ਇੱਕ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਇਸ ਡਿਜ਼ੀਜ਼ ਨੂੰ ਘਟਾਇਆ ਜਾਵੇ, ਜਿਹਦੇ ਨਾਲ ਕਿ ਇੱਕ ਚੰਗੀ ਜਿਹੜੀ ਸੋਚ ਜਿਹੜੀ ਹੈ ਇੱਕ ਔਰ ਇਸ ਬਿਮਾਰੀ ਨੂੰ ਖਤਮ ਕਰਨ ਦਾ ਕੰਮ ਕੀਤਾ ਜਾਵੇ। ਹਾਈ ਪਾਵਰਡ ਮੀਟਿੰਗ ਦੇ ਵਿੱਚ ਜਿਹੜਾ ਹੈ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਸਾਡੇ ਨਾਲ ਮੌਜੂਦ ਨੇ। ਔਜਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਚੰਗੀ ਗੱਲ ਆ ਕਿ ਦੋਨੋਂ ਸਾਂਸਦਾਂ ਵੱਲੋਂ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਤੁਹਾਡੇ ਕੋਲ ਡਿਟੇਲਸ ਨੇ? ਦੇਖੋ, ਮੈਂ ਧੰਨਵਾਦ ਕਰਦਾ ਆਪਣੇ ਵੱਡੇ ਭਾਈ ਦਾ, ਕਿਉਂਕਿ ਉਹਨਾਂ ਨੇ ਹੁਣ ਪਤਾ ਲੱਗਾ ਕਿ 1 ਕਰੋੜ ਉਹਨਾਂ ਨੇ ਹੋਰ ਸੈਂਕਸ਼ਨ ਕੀਤਾ। ਪਹਿਲਾਂ ਜਿਹੜਾ ਉਹਨਾਂ ਨੇ ਰਾਸ਼ੀ ਦਿੱਤੀ 25 ਲੱਖ ਦੀ ਦਿੱਤੀ ਸੀ, ਉਹ 'ਚ 1 ਕਰੋੜ ਦੀ ਮੈਂ ਦਿੱਤੀ, ਜਿਹੜੀ ਉਹ ਪਹੁੰਚ ਕੇ ਜਿਹਦਾ ਸਮਾਨ ਵੀ ਖਰੀਦਿਆ ਜਾ ਚੁੱਕਾ ਹੈ। ਸਰਕਾਰ ਦੀਆਂ ਗਾਈਡਲਾਈਨ ਆਈਆਂ ਸੀ ਸੈਂਟਰ ਗਵਰਨਮੈਂਟ ਦੀਆਂ, ਕਿਉਂਕਿ ਜਿਹੜਾ MP ਲੈਡ ਹੁੰਦਾ ਇਹਦੇ ਬੜੇ ਮਾਪਦੰਡ ਨੇ ਜਿਹੜੇ DC ਨੇ ਤੈਅ ਕਰਨੇ ਹੁੰਦੇ, ਔਰ ਇਹਦੇ ਜੇ ਪੈਸੇ ਲਾਉਣੇ ਵੀ ਆ ਤਾਂ ਤੁਹਾਨੂੰ ਕਈ ਵਾਰੀ ਇਸ ਪੈਸਿਆਂ ਨੂੰ ਲਾਉਣ ਵਾਸਤੇ 1.5-2 ਮਹੀਨੇ, ਕਿਉਂਕਿ ਟੈਂਡਰਿੰਗ ਕਰਨੀ ਪੈਂਦੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਸਮਾਨ ਖਰੀਦ ਸਕਦੇ। ਪਰ ਐਤਕੀ ਫਸਟ ਟਾਈਮ ਸਰਕਾਰ ਨੇ ਐਮਰਜੈਂਸੀ ਨੂੰ ਵੇਖਦੇ ਹੋਏ ਅਲਾਓ ਕੀਤਾ ਸੀ ਵੀ ਕੋਈ ਵੀ ਮੈਂਬਰ ਪਾਰਲੀਮੈਂਟ ਕੋਵਿਡ-19 ਦੇ ਤਹਿਤ ਮੈਡੀਕਲ ਸੇਵਾਵਾਂ ਵਾਸਤੇ ਕੋਈ ਵੀ ਸਮਾਨ ਖਰੀਦਣਾ ਆ, ਉਹ ਸਿੱਧੇ ਤੌਰ 'ਤੇ ਉਹਨਾਂ ਨੂੰ ਪੈਸੇ ਦੇ ਕੇ ਉਸ ਡਿਪਾਰਟਮੈਂਟ ਰਾਹੀਂ ਖਰੀਦ ਕਰ ਸਕਦਾ ਔਰ DCO ਦੀ ਮਨਜ਼ੂਰੀ ਦੇਗਾ। ਪਰ ਇੱਕ ਸ਼ਰਤ ਸੀ ਕਿ ਜਿੰਨੇ ਵੀ ਪੈਸੇ ਦੋਗੇ ਯਕਮੁਸ਼ਤ ਇੱਕ ਕਿਸ਼ਤ 'ਚ ਦੇਣੇ। ਇਹ ਨਹੀਂ ਕਿ ਮੈਂ 25 ਅੱਜ ਦੇ ਰਿਹਾ 50 ਸਵੇਰੇ ਦੇ ਰਿਹਾ, ਉਹ ਪਹਿਲਾਂ 25 ਗਿਣਿਆ ਜਾਊਗਾ, ਜਿਹੜਾ ਦੂਜਾ 50 ਆ ਉਹ ਤੁਹਾਨੂੰ ਜਿਹੜੀਆਂ ਰੂਟੀਨ ਦੀਆਂ MP ਲੈਡ ਦੀਆਂ ਗਾਈਡਲਾਈਨ ਨੇ ਉਹਦੇ ਮੁਤਾਬਕ ਹੀ ਲੱਗੇਗਾ। ਫਿਰ ਉਹਦੇ ਨਾਲ ਬਹੁਤ ਟਾਈਮ ਲੱਗਦਾ। ਸੋ ਮੇਰਾ ਇੱਥੇ ਸੀ ਸ਼ਵੇਤ ਮਲਕੋਣਾ ਨਾ ਵੀ ਜੇ ਉਹਨਾਂ ਨੇ 1.25 ਕਰੋੜ ਦੇਣਾ ਸੀ ਤੇ ਪਹਿਲੀ ਕਿਸ਼ਤ 'ਚ ਦੇ ਦਿੰਦੇ, ਇੱਕੇ ਕਿਸ਼ਤ ਦੇ ਵਿੱਚ ਉਹਦਾ ਸਮਾਨ ਝੱਟ ਆ ਜਾਣਾ। ਹੁਣ ਜਿਹੜਾ ਉਹਨਾਂ ਨੇ ਦਿੱਤਾ ਆ ਉਹਦੇ ਤੇ ਉਹੀ ਗਾਈਡਲਾਈਨ ਆਉਣੀਆਂ ਜਿਹੜੀਆਂ ਪਹਿਲੀਆਂ ਲੱਗੀਆਂ ਨੇ। ਹੁਣ ਦਿੱਤਾ ਕਿ ਨਹੀਂ ਦਿੱਤਾ ਅਜੇ ਤੱਕ ਤੇ ਨਹੀਂ ਉੱਥੇ ਆ ਜੀ। DC ਸਾਹਿਬ ਨੇ ਚਿੱਠੀ ਲਿਖੀ ਹੈ ਵੀ ਮੇਰਾ ਇਹਦੇ ਵਾਸਤੇ ਦਿੱਤਾ ਜਾਏ। ਹੁਣ ਉਹ ਪੈਸੇ ਜਿਹੜੇ DC ਸਾਹਿਬ ਨੇ ਲਾਓ ਕਰਨੇ ਨੇ, ਉਹ ਕਿੱਦਾਂ ਕਰਦੇ ਨੇ? ਉਹ ਕਹਿੰਦੇ ਜੀ ਇਹਦੇ ਹੁਣ ਮੈਂ ਡਿਮਾਂਡ ਆਉਣ ਤੇ ਬਾਅਦ ਹੀ ਦੇਖੂ, ਕਿਉਂਕਿ ਉਹ ਗਾਈਡਲਾਈਨ ਪੁਰਾਣੀਆਂ MP ਲੈਡ ਵਾਲੀਆਂ ਆ ਗਈਆਂ। ਨਹੀਂ, ਪਰ ਮੇਰਾ ਸਵਾਲ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਮੈਂ 1 ਕਰੋੜ ਰੁਪਈਆ ਜਿਹੜਾ MP ਲੈਡ ਫੰਡ 'ਚ 1 ਕਰੋੜ 25 ਲਿਖਿਆ ਉਸ ਚਿੱਠੀ 1 ਕਰੋੜ 25 ਲੱਖ ਰੁਪਏ ਲਿਖਿਆ। ਪਰ ਜਿਹੜਾ ਦੋ ਚੀਜ਼ਾਂ ਨਹੀਂ ਨਾ ਕਲੀਅਰ ਕਰ ਰਹੇ ਸ਼ਵੇਤ ਮਲਕੋਣਾ ਨੂੰ ਮੇਰੇ ਵੱਡੇ ਭਾਈ ਨੇ, ਉਹਨਾਂ 'ਚ ਇੱਕ ਬੜੀ ਗੱਲ ਕਲੀਅਰ ਹੈ ਕਿ ਜਿਹੜੀ ਐਡਵਾਈਜ਼ਰੀ ਸੈਂਟਰ ਗਵਰਨਮੈਂਟ ਲਵਾਈ ਉਹ ਆਈ ਵੀ ਇੱਕ ਕਿਸ਼ਤ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਤੁਸੀਂ ਦਿਓਗੇ, ਜਿੰਨੀ ਵੀ ਦੇ ਦਿਓ, ਭਾਵੇਂ 10 ਲੱਖ ਦਿਓ, ਭਾਵੇਂ 5 ਕਰੋੜ ਦੇ ਦਿਓ, ਉਹ ਇੱਕੇ ਕਿਸ਼ਤ 'ਚ ਤੁਸੀਂ ਉਸ ਡਿਪਾਰਟਮੈਂਟ ਨੂੰ ਦੇਣਾ ਤੇ ਉਹਦੇ ਪੈਸਾ ਜਿਹੜਾ ਵਾ ਬਗੈਰ ਟੈਂਡਰਿੰਗ ਤੋਂ ਖਰੀਦਿਆ ਜਾਏਗਾ ਸਮਾਨ। ਪਰ ਜੇ ਉਸ 'ਚ ਬਾਅਦ 'ਚ ਕੋਈ 10 ਲੱਖ ਦੇਵਾਂ ਜਾਂ ਹੁਣ ਜਿੱਦਾਂ ਮੈਂ ਇਹਨਾਂ ਨੂੰ 15 ਲੱਖ ਦੇ ਰਿਹਾ, ਇਹਦਾ ਪ੍ਰੋਸੈਸ ਦੂਸਰਾ ਆ, ਇਹਨੂੰ ਟਾਈਮ ਲੱਗੇਗਾ। ਹੁਣ ਉਹਨਾਂ ਨੇ ਪੈਸੇ ਦਿੱਤੇ ਕਿ ਨਹੀਂ ਦਿੱਤੇ? ਅਜੇ ਤੱਕ ਦੇਖੋ ਉਹ ਪੈਸੇ ਉਹਨਾਂ ਨੇ ਚਿੱਠੀ ਲਿਖ ਦਿੱਤੀ ਆ, ਪਰ ਹੁਣ ਡਿਪਾਰਟਮੈਂਟ ਉਹਨੂੰ ਕਿੰਨਾ ਟਾਈਮ ਲਾਉਂਦਾ, ਖਰੀਦਣ ਨੂੰ ਕਿੰਨਾ ਟਾਈਮ ਲੱਗੇਗਾ। ਪਰ ਮੈਂ ਸ਼ਵੇਤ ਮਲਕੋਣਾ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਦਿੱਤੇ ਆ ਤੁਸੀਂ ਤਗੜੇ ਹੋ ਕੇ ਇਹਨੂੰ ਟਾਈਮ ਤੋਂ ਪਹਿਲਾਂ ਉਸ ਸਮੇਂ ਨੂੰ ਕਿਸ ਤਰ੍ਹਾਂ ਲਾਗੂ ਕਰਾਉਣਾ, ਉਹਦੇ ਵਾਸਤੇ ਜਾਂ ਗਾਈਡਲਾਈਨ ਉੱਪਰੋਂ ਇਸ਼ੂ ਕਰਾਉਣ ਜਾਂ ਆਪ ਲੱਗ ਕੇ PP ਕਿਟਸ ਤੇ N95 ਮਾਸਕ ਚਾਹੀਦੇ, ਇਨਫਰਾਰੈਡ ਥਰਮਾਮੀਟਰ ਚਾਹੀਦੇ ਆ। ਉਹ ਦੋਵਾਂ ਹਸਪਤਾਲ ਸਿਵਲ ਸਰਜਨ ਨੂੰ ਵੀ ਤੇ ਨਾਲ ਦੀ ਨਾਲ ਗੁਰੂ ਨਾਨਕ ਦੇਵ ਹਸਪੀਟਲ ਨੂੰ, ਉਹਨਾਂ ਦੋਵਾਂ ਨੂੰ ਪ੍ਰੋਵਾਈਡ ਕਰਾਉਣ। ਔਰ ਮੈਂ ਆਪ ਇਹਨੂੰ ਵਾਚ ਕਰ ਰਿਹਾ ਔਰ ਮੈਂ ਦੋਵਾਂ ਦੀਆਂ ਡਿਮਾਂਡ ਜਿਹੜੀਆਂ ਨੇ ਉਹ ਆਪ ਭੇਜ ਦੇਣੀਆਂ ਨੇ ਸ਼ਵੇਤ ਮਲਕੋਣਾ ਨੂੰ ਵੀ ਤੇ DC ਸਾਹਿਬ ਨੂੰ ਵੀ। ਇੰਨਾ ਹਾਂ ਬਿਲਕੁਲ, ਮੈਂ ਸ਼ਵੇਤ ਮਲਕੋਣਾ ਕੋਲ ਜਾਊਂ, ਮੇਰੇ ਵੱਡੇ ਭਰਾ ਨੇ ਔਰ ਅਸੀਂ ਬਹੁਤ ਪਿਆਰ ਹੈ ਸਾਡਾ ਇਸ ਗੱਲ ਦੇ, ਕੋਈ ਗੱਲ ਨਹੀਂ। ਪਾਰਟੀ ਲਾਈਨ ਅਲੱਗ ਆ, ਪਰ ਆਹ ਜਿਹੜਾ ਸਮਾਂ ਹੈ ਇਸ ਵੇਲੇ ਸਾਰੀਆਂ ਲੋੜ ਵੀ ਆ ਅੰਮ੍ਰਿਤਸਰ ਨੂੰ, ਹਰ ਕਿਸੇ ਨੂੰ। ਬਿਲਕੁਲ ਜੀ, ਅੰਮ੍ਰਿਤਸਰ 'ਚ ਹਮੇਸ਼ਾ ਹੀ ਉਹ ਭਰਾ ਮੇਰੇ ਵੱਡੇ ਨੇ ਉਹ ਵੀ ਆਵਾਜ਼ ਉਠਾਉਂਦੇ ਨੇ ਅੰਮ੍ਰਿਤਸਰ ਦੀ, ਔਰ ਮੈਂ ਉਹਨਾਂ ਦਾ ਹਮੇਸ਼ਾ ਹੀ ਤੁਹਾਡੇ ਸਾਹਮਣੇ ਜ਼ਿਕਰ ਕਰਦਾ ਹਾਂ ਉਹਨਾਂ ਦੀ ਜਿਹੜੀ ਵੀ ਕੋਈ ਡਿਵੈਲਪਮੈਂਟ ਹੋਈ ਹੁੰਦੀ ਹੈ ਅੰਮ੍ਰਿਤਸਰ ਜਿੱਥੇ ਉਹਨਾਂ ਦਾ ਰੋਲ ਹੋਵੇ। ਨਹੀਂ, ਪਰ ਉਹਨਾਂ ਨੇ ਕਿਹਾ ਕਿ 1 ਕਰੋੜ ਰੁਪਏ ਫਿਰ ਕਿਸ ਤਰ੍ਹਾਂ, ਮਤਲਬ ਐਡੀ ਵੱਡੇ ਲੈਵਲ ਦੇ ਉੱਤੇ ਸਰ ਇੱਕ ਵੱਡਾ ਬਿਆਨ ਆਉਣਾ ਇਸ ਤਰ੍ਹਾਂ? ਉਹੀ ਹੈ ਨਾ, ਮੈਂ ਦੋਵਾਂ ਚੀਜ਼ਾਂ ਦਾ ਮੈਂ ਤੁਹਾਨੂੰ ਫੇਰ ਕਹਿ ਰਿਹਾ, ਤੁਸੀਂ ਸਮਝ ਜੀ ਗੱਲ ਨੂੰ ਸਮਝੋ ਕਿ ਸਰਕਾਰ ਨੇ ਇੱਕ ਕਿਸ਼ਤ ਦੇ ਵਿੱਚ ਦੇਣ ਨੂੰ ਕਿਹਾ ਸੀ ਕਿ ਜਿੰਨੇ ਵੀ ਮਰਜ਼ੀ ਪੈਸੇ ਮੈਂ ਦੇ ਚੁੱਕਾ, ਉਹ 25 ਲੱਖ ਦੇ ਚੁੱਕੇ। ਕਰੋੜ ਨਹੀਂ ਦਿੱਤਾ, ਕਰੋੜ ਉਹਨਾਂ ਦੁਬਾਰਾ ਲਿਖ ਕੇ ਕੱਲਿਆ। ਹੁਣ ਜਿਹੜਾ ਦੁਬਾਰਾ ਆਇਆ ਵਾ ਉਹਦੀ ਟੈਂਡਰਿੰਗ ਜਿਹੜੀ ਆ ਉਹ ਪੁਰਾਣਾ ਜੋ MP ਲੈਡ ਦੀਆਂ ਗਾਈਡਲਾਈਨ ਨੇ ਉਹੀ ਉਹਦੇ ਤੇ ਲਾਗੂ ਹੋਣਗੇ।
ਨਵੀਆਂ ਨਹੀਂ ਹੋਣਗੀਆਂ। ਨਹੀਂ ਨਵੀਂ ਤਾਂ ਇੱਕੋ ਵਾਰੀ ਸੀ, ਸਰਕਾਰ ਨੇ ਕਿਹਾ ਉਹ 25 ਇੱਕੋ ਵਾਰੀ ਦੇਖਦੇ, ਉਹ ਤੋਂ ਭਾਵੇਂ ਉਹ ਤੋਂ ਭਾਵੇਂ 1.25 ਕਰੋੜ ਦੇ ਦਿੰਦੇ, ਪਰ ਉਦੋਂ ਇਹਨਾਂ 25 ਦਿੱਤਾ ਹੈ। ਕਰੋੜ ਹਲੇ ਆਣਾ ਵਾ ਕਰੋੜ ਅਜੇ ਆਣਾ ਹੈ ਜੀ। ਤਾਂ ਦੂਸਰਾ ਐਮਪੀ ਸਾਹਿਬ, ਜਿਹੜੀ ਅੱਜ ਜਿਹੜੀ ਹਾਈ ਪਾਵਰਡ ਮੀਟਿੰਗ ਜਿਹੜੀ ਤੁਹਾਡੇ ਵੱਲੋਂ ਇੱਥੇ ਕੀਤੀ ਗਈ ਹੈ, ਉਹਦੇ 'ਚ ਕੀ ਗਾਈਡਲਾਈਨਸ ਜਿਹੜੀਆਂ ਨੇ, ਕਿਉਂਕਿ ਇੱਕ ਮੌਤ ਵੀ ਅੱਜ ਇੱਕ ਹੋਰ ਹੋਈ ਹੈ, ਗੁਰਦਾਸਪੁਰ ਦਾ ਵਿਅਕਤੀ ਸੀ, ਉਹਦੀ ਮੌਤ ਹੋਈ। ਹਾਂ ਦੇਖੋ, ਇਹ ਕੋਵਿਡ-19 ਦਾ ਤੇ ਮਤਲਬ ਹਾਲਾਤ ਹੀ ਇਦਾਂ ਦਾ, ਇਹ ਬਿਮਾਰੀ ਕਰੋਨਾ ਵਾਇਰਸ ਹੈ ਹੀ ਇਹੋ ਜਿਹੀ ਹੈ ਕਿ ਇਹਦਾ ਜਿਹੜਾ ਕੋਈ ਬੰਦੇ ਦੀ ਇਮਿਊਨ ਸਿਸਟਮ ਵੀਕ ਹੈ, ਉਹਦੀ ਮੌਤ ਹੋਣੀ ਤਕਰੀਬਨ ਤੈਅ ਹੀ ਹੁੰਦੀ ਹੈ। ਜਿਹੜੀ ਇੱਥੇ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਐਨਐਮ ਵਰਕਰ ਨੇ ਔਰ ਜਿਹੜੇ ਸਾਡੇ ਸਟਾਫ ਨੇ, ਸਿਵਲ ਸਰਜਨ ਦੇ ਅਧੀਨ ਜਿਹੜਾ ਆਉਂਦਾ, ਉਹਨਾਂ ਨੇ ਜਿਹੜਾ ਸਕਰੀਨਿੰਗ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰੀਬ 40,000 ਪਰਿਵਾਰ ਦੇ ਮਤਲਬ ਫੈਮਿਲੀ ਨੂੰ ਜਿਹੜਾ ਇਹਨਾਂ ਨੇ ਸਕਰੀਨ ਕੀਤਾ ਹੈ। ਮੈਂ ਉਹਦੇ ਵਾਸਤੇ ਇਹਨਾਂ ਨੂੰ ਹੌਸਲਾ ਅਫਜ਼ਾਈ ਕਰਨ ਵਾਲਾ ਆਇਆ ਕਿ ਤੁਸੀਂ ਸਾਡੀਆਂ ਫਰੰਟ ਲਾਈਨ ਜੇ, ਤੁਸੀਂ ਬਹੁਤ ਵਧੀਆ ਕੰਮ ਕੀਤਾ। ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਕਿਉਂਕਿ ਇਹਨਾਂ ਨੇ ਲਗਾਤਾਰ 4 ਦਿਨ ਜਿਹੜੀ ਆ ਉਹ ਇਹਨਾਂ ਦੀ ਸਕਰੀਨਿੰਗ ਜਿਹੜੀ ਆ ਅੰਮ੍ਰਿਤਸਰ ਚੱਲਦੀ ਰਹੀ। ਪਰ ਸਰ, ਸਕਰੀਨਿੰਗ ਤੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਉਹ ਘਰ ਜਾਂਦੇ ਨੇ ਜੀ, ਤੁਹਾਨੂੰ ਖਾਂਸੀ ਹੈ ਜਾਂ ਕੁਝ ਵੀ ਨਹੀਂ ਹੈ, ਨਾਮ ਲਿਖ ਕੇ ਹੀ ਵਾਪਸ ਆ ਜਾਂਦੇ। ਹੁਣ ਜਿਹਨੇ ਖਾਂਸੀ ਉਹਨੇ ਦੱਸਣਾ ਨਾ ਖਾਂਸੀ। ਪਰ ਇਹ ਸਵਾਲ ਹੈ ਕਿ ਉੱਦਾਂ ਦੀ ਕੋਈ ਡਿਟੇਲ ਬਸ ਪੁੱਛਿਆ ਨਹੀਂ, ਕੋਈ ਚੈਕਿੰਗ ਹੀ ਨਹੀਂ ਕੀਤੀ, ਇੱਥੋਂ ਤੱਕ ਕਿ ਥਰਮਾਮੀਟਰ ਚੈੱਕ ਵੀ ਨਹੀਂ ਕੀਤਾ ਜਾ ਰਿਹਾ। ਥਰਮਾਮੀਟਰ ਚੈੱਕ ਕੀਤਾ ਜਾ ਰਿਹਾ। ਹੁਣ ਜਿਵੇਂ 8 ਥਰਮਾਮੀਟਰ ਸੀ ਇਹਨਾਂ ਕੋਲ, ਕਿਉਂਕਿ ਪਹਿਲੋਂ ਇਹ ਸਿਸਟਮ ਲਈ ਤਿਆਰ ਹੀ ਕੋਈ ਨਹੀਂ। ਹੁਣ ਥਰਮਾਮੀਟਰ ਪਿਛਲੇ 2 ਹਫ਼ਤਿਆਂ ਦੇ ਲੱਭ ਰਹੇ, ਥਰਮਾਮੀਟਰ ਹੀ ਨਹੀਂ ਮਿਲ ਰਹੇ। ਜੇ ਕੋਈ ਅੱਜ 3500 ਦਾ ਦਿੰਦਾ, ਉਹਨੂੰ ਜਦੋਂ ਆਰਡਰ ਕਰਨ ਲੱਗਦੇ ਆ ਉਹ 5000 ਮੰਗਣਾ ਸ਼ੁਰੂ ਕਰਦਾ, 5000 ਤੱਕ ਪੁੱਛੇ ਤਾਂ ਉਹ ਕਹਿੰਦਾ ਜੀ ਮੇਰੇ ਕੋਲ ਖਤਮ ਹੋ ਗਏ। ਸੋ ਇਸ ਵੇਲੇ ਖਿੱਚ ਸਾਰੀ ਦੁਨੀਆ ਤੇ ਪਈ ਆ ਥਰਮਾਮੀਟਰ ਇਹਨਾਂ ਨੂੰ ਪ੍ਰੋਵਾਈਡ ਕਰਾਉਣ ਵਾਸਤੇ। ਤਾਂ ਦੀ ਮੈਂ 15 ਲੱਖ ਰੁਪਏ ਇਹਨਾਂ ਨੂੰ ਇਸ਼ੂ ਕੀਤਾ ਕਿ ਥਰਮਾਮੀਟਰ ਤੁਸੀਂ ਸਾਰੇ ਲੈ ਲਓ, 100 ਦੇ ਕਰੀਬ ਥਰਮਾਮੀਟਰ ਆਪਣਾ ਨਵਾਂ ਲਓ, ਨਾਲ ਦੀ ਨਾਲ ਤੁਸੀਂ ਪੀਪੀ ਕਿੱਟ ਆਪਣੀਆਂ ਪੂਰਨ ਤੌਰ ਤੇ ਰੱਖੋ, ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਓ। ਅਸੀਂ ਦੇਖੋ, ਇਹ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ, ਇਹ ਪਾਇਲਟ ਪ੍ਰੋਜੈਕਟ ਇਸ ਕਰਕੇ ਲਿਆ ਗਿਆ ਵੀ ਜਿਹੜੀਆਂ ਕੋਈ ਮੁਸ਼ਕਲਾਂ ਉੱਥੇ ਆਉਣਗੀਆਂ, ਅਸੀਂ ਹੁਣ ਜਦੋਂ ਦੁਬਾਰਾ ਸ਼ੁਰੂ ਕਰਾਂਗੇ ਉਹਨੂੰ ਪੂਰੀ ਜਿਹੜੀ ਕੋਈ ਪ੍ਰੋਬਲਮ ਰਹਿ ਗਈ ਹੈ ਜਾਂ ਕੋਈ ਲੱਗਦੀ ਆ, ਉਹਨੂੰ ਅਸੀਂ ਦੂਰ ਕਰਾਂਗੇ। ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਉੱਥੇ ਕੋਈ ਘਰ ਸ਼ੱਕੀ ਨਿਕਲੇ ਜਾਂ ਕੁਛ ਨਿਕਲੇ, ਉਹਨਾਂ ਨੂੰ ਥਰਮਾਮੀਟਰ ਨਾਲ ਚੈੱਕ ਕੀਤਾ ਗਿਆ। ਜਾਂ ਖੰਘ ਗਿਆ, ਬੁਖਾਰ ਆ, ਇਹ ਤੇ ਲੋਕਾਂ ਨੂੰ ਆਪ ਵੀ ਦੱਸਣਾ ਪਊਗਾ ਨਾ ਅੱਗੇ ਆ ਕੇ ਕਿ ਸਾਨੂੰ ਮੁਸ਼ਕਲ ਹੈ। ਮੈਨੂੰ ਪਤਾ ਹੈ ਜੀ, ਇਹਨਾਂ ਨੇ ਪਿੱਛੇ ਰੱਖਿਆ ਸੀ ਸਿਸਟਮ ਸਾਰਾ। ਥਰਮਾਮੀਟਰ ਜੇ ਸੀ ਉਹ ਜਿੱਥੇ ਲੋੜ ਪੈਂਦੀ ਸੀ ਉੱਥੇ ਚਲੇ ਜਾਂਦੇ ਸੀ, ਕਿਉਂਕਿ ਇੱਕ ਏਰੀਆ ਮਾਰਕ ਕੀਤਾ ਹੈ ਨਾ। ਕੋਈ ਇਹ ਤੇ ਹੈ ਨਹੀਂ ਵੀ ਇੱਕ ਜਣਾ ਕੋਈ ਮਜੀਠਾ ਰੋਡ ਤੇ ਕਰ ਰਿਹਾ ਸੀ, ਦੂਜਾ ਅਜਨਾਲਾ ਰੋਡ ਤੇ ਸੀ ਨਾ। ਇੱਕ ਏਰੀਆ ਮਾਰਕ ਕੀਤਾ ਸੀ, ਸ਼ਹੀਦ ਊਧਮ ਸਿੰਘ ਨਗਰ ਦੇ ਨਾਲ ਲੱਗਦਾ, ਜਿੱਥੇ ਭਾਈ ਨਿਰਮਲ ਸਿੰਘ ਰਹਿੰਦੇ ਸੀ, ਨਾਲ ਦੀ ਨਾਲ ਜਸਵਿੰਦਰ ਸਿੰਘ ਹੋਣ ਵਾਲਾ ਏਰੀਆ ਸੀ। ਉਹਨਾਂ ਨੇ ਏਰੀਏ ਦੇ ਵਿੱਚ ਹੀ ਕਰਨਾ ਸੀ। ਸੋ ਟੀਮਾਂ ਨੇ ਉੱਥੇ ਸੈਂਟਰ ਬਣਾਏ ਸੀ ਆਪਣੇ, ਜਿੱਥੇ ਥਰਮਾਮੀਟਰ ਸੀ, ਬੰਦਾ ਜਾ ਕੇ ਉਹਨੂੰ ਥਰਮਾਮੀਟਰ ਲਿਜਾ ਕੇ ਚੈੱਕ ਕਰ ਲੈਂਦਾ ਸੀ। ਸ਼ੁਕਰੀਆ ਜੀ। ਤੋਂ ਅਸੀਂ ਸਾਂਸਦ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਵੱਲੋਂ ਅੱਜ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਕਿ 1 ਕਰੋੜ ਰੁਪਏ ਦੇਣ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ, ਉਹ ਹਾਲੇ ਤੱਕ ਉਹਨਾਂ ਕੋਲ ਪਹੁੰਚਿਆ ਨਹੀਂ। ਤੇ ਅਗਰ ਲੋੜ ਪਏਗੀ ਤੇ ਉਹ ਸਾਂਸਦ ਸ਼ਵੇਤ ਮਲਿਕ ਖੰਨਾ ਦੇ ਘਰ ਖੁਦ ਜਾ ਕੇ ਉਹਨਾਂ ਕੋਲ ਪੈਸੇ ਦੀ ਡਿਮਾਂਡ ਕਰਨਗੇ, ਕਿਉਂਕਿ ਇਸ ਵਕਤ ਅੰਮ੍ਰਿਤਸਰ ਨੂੰ ਪੈਸੇ ਦੀ ਜ਼ਰੂਰਤ ਹੈ। ਅਤੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਕਰੀਨਿੰਗ ਹੈ ਹੋਰ ਵਧੀਆ ਸਤਰ ਦੇ ਨਾਲ ਕੀਤੀ ਜਾਏਗੀ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV, ਅੰਮ੍ਰਿਤਸਰ।